ਸਾਰੇ ਜਣਿਆਂ ਦਾ ਮੇਰੇ YouTube ਚੈਨਲ ਵਿੱਚ ਵੈਲਕਮ ਹੈ ਜੀ। ਟੂਡੇ ਵੀ ਵਿਲ ਡਿਸਕਸ ਅਬਾਊਟ ਦਾ ਡਿਫਰੈਂਟ ਐਸੇਜ ਐਂਡ ਹਾਊ ਟੂ ਰਾਈਟ ਇੰਟਰੋ ਜਸਟ ਇਨ 3 ਸਟੈਪਸ। ਚੈਨਲ ਵਧੀਆ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੰਟਰੋ ਦੀ ਸਟਰਕਚਰ ਬਾਰੇ। ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਆਪਾਂ ਸਟੇਟਮੈਂਟ ਨੂੰ ਪੈਰਾਫਰੇਜ਼ ਕਰਨਾ ਹੁੰਦਾ ਵਿਦ ਦੀ ਹੈਲਪ ਆਫ ਸਿਨੋਨਿਮਸ, ਅਤੇ ਆਪਾਂ ਆਪਣੇ ਆਈਡੀਆਜ਼ ਦੇਣੇ ਹੁੰਦੇ ਨੇ ਜਿਹਨੂੰ ਆਪਾਂ ਥੀਸਿਸ ਕਹਿ ਦਿੰਦੇ ਹਾਂ, ਅਤੇ ਆਪਾਂ ਦੱਸਣਾ ਹੁੰਦਾ ਵੀ ਅਸੀਂ ਕੀ ਐਸੇ ਦੇ ਵਿੱਚ ਡਿਸਕਸ ਕਰਦੇ ਹਾਂ। ਜਿਹੜੀ ਆਪਾਂ ਨੇ ਇਹਨੂੰ ਆਪਾਂ ਬੇਸਿਕਲੀ 3 ਜਨਰਲ ਪਾਰਟ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਫਸਟ ਹੈਗਾ ਬੈਕਗਰਾਊਂਡ ਸੈਂਟੈਂਸ ਜਾਂ ਜਨਰਲ ਵਿਊ। ਇਹ ਮੇਨਲੀ ਵੈਰੀ ਕਰਦਾ ਹੁੰਦਾ ਆਪਣੀ ਜਿਹੜੀ ਕਨਸੈਪਟ ਆ, ਜਿਹੜਾ ਆਪਾਂ ਨੂੰ ਸਟੇਟਮੈਂਟ ਦਿੱਤੀ ਗਈ ਆ ਉਹਦੇ ਵਿੱਚ ਕੀ ਹੈ, ਅਤੇ ਉਹਦੇ ਵਿੱਚ ਬੇਸਿਕਲੀ ਕੀ ਹੁੰਦਾ ਕਿਸੇ ਚੀਜ਼ ਦੀ ਪਪੂਲੈਰਿਟੀ ਦੱਸੀ ਹੁੰਦੀ ਹੈ ਜਾਂ ਕਿਸੇ ਚੀਜ਼ ਦਾ ਇਫੈਕਟ ਦੱਸਿਆ ਹੁੰਦਾ ਜਾਂ ਕਿਸੇ ਟਰੈਂਡ ਬਾਰੇ ਗੱਲ ਕੀਤੀ ਹੁੰਦੀ ਆ, ਤਾਂ ਆਪਾਂ ਉਹਦੇ ਬੇਸ 'ਤੇ ਆਪਾਂ ਇੱਕ ਬੈਕਗਰਾਊਂਡ ਸੈਂਟੈਂਸ ਦੇਣਾ ਜਿਹੜੀ ਕਿ ਸ਼ੋ ਕਰਦਾ ਕਿ ਅਸੀਂ ਉਸ ਸਟੇਟਮੈਂਟ ਨੂੰ ਕਿੰਨੀ ਕੁ ਅੰਡਰਸਟੈਂਡਿੰਗ ਨਾਲ ਪੜ੍ਹਿਆ ਜਾਂ ਉਹਨੂੰ ਕਿੰਨਾ ਅੰਡਰਸਟੈਂਡ ਕਰਦੇ ਹਾਂ। ਵਿਦ ਐਗਜ਼ਾਮਪਲ ਆਪਾਂ ਅੱਗੇ ਡਿਸਕਸ ਕਰਾਂਗੇ ਇਹਨੂੰ, ਤਾਂ ਜਲਦੀ ਸਮਝ। ਸੈਕਿੰਡ ਆਉਂਦਾ ਆਪਣਾ ਟੌਪਿਕਸਨੈਸ ਵਿਦ ਆਈਡੀਆਜ਼, ਜਿਹਨੂੰ ਆਪਾਂ ਪੈਰਾਫਰੇਜ਼ਿੰਗ ਕਹਿ ਦਿੰਦੇ ਹਾਂ ਜਾਂ ਥੀਸਿਸ ਦੇਣੇ ਕਹਿ ਦਿੰਦੇ ਹਾਂ। ਇਹਦੇ ਵਿੱਚ ਕੀ ਹੁੰਦਾ, ਪੈਰਾਫਰੇਜ਼ ਕਰਿਆ ਜਾਂਦਾ ਕੁਐਸਚਨ ਨੂੰ ਸਿਨੋਨਿਮਸ ਲਈ ਸਟੇਟਮੈਂਟ ਲਿਖੀ ਜਾਂਦੀ ਆ, ਅਤੇ ਆਪਣੇ ਮੇਨ ਜਦੋਂ ਆਈਡੀਆ ਹੁੰਦੇ ਨੇ ਜਿਹੜੇ ਆਪਾਂ ਡਿਸਕਸ ਕਰਨੇ ਹੁੰਦੇ ਨੇ ਉਹ ਦੱਸੇ ਜਾਂਦੇ ਆ। ਇਹ ਜੋ ਕਿ ਜ਼ਿਆਦਾ ਟਿਪੀਕਲ ਕੰਮ ਨਹੀਂ ਹੁੰਦਾ। ਇਹ ਸਿਮਿਲਰ ਮੀਨਿੰਗ ਵਾਲੀ ਇੱਕ ਲਾਈਨ ਹੁੰਦੀ ਹੈ ਜਿਹੜੀ ਆਪਾਂ ਸਟੇਟਮੈਂਟ ਦੇ ਐਜ਼ ਇਟ ਸੇਮ ਲਿਖਣੀ ਹੁੰਦੀ ਆ। ਥਰਡ ਆਉਂਦਾ ਡਾਇਰੈਕਸ਼ਨ ਸੈਂਟੈਂਸ, ਜਿਹੜਾ ਕਿ ਇੱਕ ਡਾਇਰੈਕਟਰੀ ਸੈਂਟੈਂਸ ਹੁੰਦਾ ਜਿਹੜਾ ਆਪਾਂ ਇੰਟਰੋ ਦੀ ਲਾਸਟ ਲਾਈਨ ਦੇ ਵਿੱਚ ਲਿਖਣਾ ਹੁੰਦਾ, ਜਿਹਦੇ ਵਿੱਚ ਆਪਾਂ ਦੱਸਣਾ ਹੁੰਦਾ ਬੇਸਿਕਲੀ ਬਟ ਐਸੇ ਵਿਲ ਡਿਸਕਸ। ਬਹੁਤ ਜ਼ਿਆਦਾ ਸਿੰਪਲ ਹੈ, ਕੋਈ ਕੰਪਲੈਕਸਿਟੀ ਨਹੀਂ ਹੈ ਇਹਦੇ ਵਿੱਚ, ਠੀਕ ਹੈ। ਸਿੰਪਲੀ ਆਪਾਂ ਪਹਿਲਾਂ ਇਹ ਗੱਲ ਕਰਦੇ ਹਾਂ ਪ੍ਰੋਬਲਮ ਐਂਡ ਸੋਲਿਊਸ਼ਨ ਐਸੇ ਬਾਰੇ। ਇਹਦੇ ਵਿੱਚ ਆਪਾਂ ਨੂੰ ਇੱਕ ਸਟੇਟਮੈਂਟ ਦਿੱਤੀ ਹੁੰਦੀ ਆ ਜਿਹਦੇ ਆਪਾਂ ਰੀਜ਼ਨ ਅਤੇ ਸੋਲਿਊਸ਼ਨ ਦੱਸਣੇ ਹੁੰਦੇ ਨੇ। ਜਿੱਦਾਂ ਕਿ ਆਪਾਂ ਸਕਰੀਨ ਦੇ ਉੱਤੇ ਇੱਕ ਐਗਜ਼ਾਮਪਲ ਲਈ ਆ, ਮੈਨੀ ਸਟੂਡੈਂਟ ਚੂਜ਼ ਟੂ ਸਟੱਡੀ ਇਨ ਅਨਦਰ ਕੰਟਰੀ ਫॉर ਅ ਟਾਈਮ ਡਿਊਰਿੰਗ ਹਾਈ ਸਕੂਲ ਔਰ ਯੂਨੀਵਰਸਿਟੀ ਰੈਦਰ ਦੈਨ in their own country. What are the reason for this and what solution can you suggest? ਸੋ ਆਪਾਂ ਸਟੇਟਮੈਂਟ ਪੜ੍ਹ ਲਏ ਅਤੇ ਇਹਦੇ ਵਿੱਚੋਂ ਆਪਾਂ ਆਇਡੈਂਟੀਫਾਈ ਕਰਨਾ ਕਿ ਆਪਾਂ ਕਿਸ ਬੇਸ 'ਤੇ ਆਪਾਂ ਜਨਰਲ ਵਿਊ ਜਾਂ ਆਪਣਾ ਬੈਕਗਰਾਊਂਡ ਸੈਂਟੈਂਸ ਲਿਖਣਾ। ਤਾਂ ਆਪਾਂ ਇੱਥੇ ਦੇਖ ਸਕਦੇ ਹਾਂ ਵੀ ਮੈਰੀ ਸਟੂਡੈਂਟ ਚੂਜ਼ ਟੂ ਸਟੱਡੀ ਇਨ ਅਨਦਰ ਕੰਟਰੀ, ਠੀਕ ਹੈ। ਅਤੇ ਇੱਥੇ ਇੱਕ ਪਪੂਲੈਰਿਟੀ ਦੱਸੀ ਗਈ ਆ, ਤਾਂ ਜਨਰਲ ਬੈਕਗਰਾਊਂਡ ਸੈਂਟੈਂਸ ਕੀ ਹੋ ਸਕਦਾ, ਸਟੱਡੀ ਇਨ ਅਬਰੋਡ ਇਜ਼ ਬਿਕਮਿੰਗ ਇਨਕਰੀਜ਼ਿੰਗ ਪਾਪੂਲਰ, ਜਿਹੜਾ ਕਿ ਆਪਾਂ ਨੂੰ ਇੰਡੀਕੇਟ ਕਰਦਾ ਕਿ ਜਿਹੜੀ ਸਟੱਡੀ ਇਨ ਅਬਰੋਡ ਹੈ ਉਹ ਬਹੁਤ ਜ਼ਿਆਦਾ ਪਾਪੂਲਰ ਹੋ ਰਹੀ ਹੈ। ਅਤੇ ਸਿਮਿਲਰਲੀ ਸਟੇਟਮੈਂਟ ਵਿੱਚ ਵੀ ਇਹੀ ਗੱਲ ਕੀਤੀ ਗਈ ਹੈ ਵੀ ਮੈਨੀ ਸਟੂਡੈਂਟ ਚੂਜ਼ ਟੂ ਸਟੱਡੀ ਇਨ ਅਬਰੋਡ। ਮੈਨੀ ਮੀਨਸ ਬਹੁਤ ਜ਼ਿਆਦਾ। ਇਸ ਤੋਂ ਬਿਨਾਂ ਜੇਕਰ ਆਪਾਂ ਨੂੰ ਆਇਡੈਂਟੀਫਾਈ ਕਰਨ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਬੈਕਗਰਾਊਂਡ ਸੈਂਟੈਂਸ ਕੀ ਹੋਵੇ, ਤਾਂ ਆਪਾਂ ਜਨਰਲੀ ਇੱਕ ਸਿੰਪਲ ਲਾਈਨ ਲਿਖ ਸਕਦੇ ਹਾਂ, ਦੇਅਰ ਆਰ ਸੈਵਰਲ ਰੀਜ਼ਨ ਵਾਈ ਸਟੂਡੈਂਟ ਚੂਜ਼ ਟੂ ਸਟੱਡੀ ਇਨ ਅਨਦਰ ਕੰਟਰੀ। ਫੋਰ ਐਗਜ਼ਾਮਪਲ ਇਨ ਦਿਸ ਵੇ ਆਪਾਂ ਮੈਨੇਜ ਕਰ ਸਕਦੇ ਹਾਂ ਆਪਣੇ ਟਾਸਕ ਨੂੰ ਕਿ ਇੱਕ ਬੈਕਗਰਾਊਂਡ ਸੈਂਟੈਂਸ ਤੋਂ ਬਿਨਾਂ ਆਪਾਂ ਇੰਟਰੋ ਨਾ ਲਿਖੀਏ। ਇਹ ਵੀ ਇੱਕ ਵਧੀਆ ਮਾਰਕਸ ਦਵਾ ਸਕਦੀ ਹੈ, ਕਿਉਂਕਿ ਇੱਕ ਵਧੀਆ ਇਫੈਕਟ ਪਾਉਂਦੇ ਕਿ ਆਪਣੇ ਐਲੈਬੋਰੇਟ ਕਰਦੇ ਹਾਂ। ਆਪਾਂ ਜਦੋਂ ਐਲੈਬੋਰੇਟ ਕਰਨ ਲਈ ਇੱਕ ਬੈਕਗਰਾਊਂਡ ਸੈਂਟੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਨੈਕਸਟ ਆਉਂਦਾ ਟੌਪਿਕ ਸੈਂਟੈਂਸ। ਇਹਦੇ ਵਿੱਚ ਆਪਾਂ ਜਿਹੜੀ ਆਪਣਾ ਮੇਨ ਕਨਸੈਪਟ ਜਿਹੜਾ ਯਾਨੀ ਕਿ ਮੇਨ ਕੁਐਸਚਨ ਹੁੰਦਾ ਆਪਾਂ ਨੂੰ ਪੈਰਾਫਰੇਜ਼ ਕਰਕੇ ਲਿਖਣਾ ਹੁੰਦਾ ਵਿਦ ਆਪਣੇ ਆਈਡੀਆਜ਼ ਦੇ ਨਾਲ, ਠੀਕ ਹੈ। ਇੱਥੇ ਐਗਜ਼ਾਮਪਲ ਬਣੇਗੀ ਈਚ ਈਅਰ ਏ ਨੰਬਰ ਆਫ ਸਟੂਡੈਂਟ ਆਪਟ ਟੂ ਸਟੱਡੀ ਇਨ ਅਨਦਰ ਨੇਸ਼ਨਸ than their own country because to settle in developed countries and get education from top ranking university। ਅਤੇ ਆਪਾਂ ਉੱਪਰ ਦੇਖਿਆ ਵੀ ਜਿਹੜੇ ਸਟੂਡੈਂਟਸ ਨੇ ਉਹ ਅਦਰ ਕੰਟਰੀ ਕਿਉਂ ਜਾਂਦੇ ਨੇ। ਮੇਨ ਰੀਜ਼ਨ ਆਪਣੇ 2 ਦਿੱਤੇ ਜਿਨ੍ਹਾਂ ਬੇਸ 'ਤੇ ਆਪਾਂ ਅੱਗੇ ਗੱਲ ਕਰਨੀ ਹੈ, ਅਤੇ ਇਹਨਾਂ ਬੇਸ 'ਤੇ ਆਪਾਂ ਸੋਲਿਊਸ਼ਨ ਦੇਣੇ ਆ ਵੀ ਸੈਟਲ ਹੋਣ ਲਈ ਜਾਂਦੇ ਨੇ ਜਾਂ ਵਧੀਆ ਐਜੂਕੇਸ਼ਨ ਲਈ ਜਾਂਦੇ ਨੇ। ਤਾਂ ਇਸ ਤਰੀਕੇ ਨਾਲ ਆਪਾਂ ਟੌਪਿਕ ਸੈਂਟੈਂਸ ਜਿਹੜਾ ਮੈਨੇਜ। ਨੈਕਸਟ ਆਉਂਦਾ ਆਪਣਾ ਡਾਇਰੈਕਸ਼ਨ ਸੈਂਟੈਂਸ, ਜਿਹੜਾ ਕਿ ਆਪਾਂ ਇੰਟਰੋ ਦੇ ਲਾਸਟ ਦੇ ਵਿੱਚ ਲਿਖਦੇ ਹਾਂ, ਜਿਹੜਾ ਕਿ ਇਹ ਇੰਡੀਕੇਟ ਕਰਦਾ ਕਿ ਆਪਾਂ ਰੀਜ਼ਨਸ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਾਂ ਸੋਲਿਊਸ਼ਨ ਦੱਸਣ ਜਾ ਰਹੇ ਹਾਂ। ਇਹ ਵੀ ਇੱਕ ਮੇਨ ਪਾਰਟ ਹੁੰਦਾ ਆਪਾਂ ਇੰਟਰੋ ਦਾ, ਜਿਹੜਾ ਕਿ ਲਿਖਣਾ ਦੇ ਨਾਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਐਲੈਬੋਰੇਟ ਹੁੰਦੀ ਹੈ ਇੰਟਰੋ। ਇਸ ਐਗਜ਼ਾਮਪਲ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਦਿਸ ਐਸੇ ਵਿਲ ਆਰਗੂ ਵਾਈ ਦਿਸ ਇਜ਼ ਹੈਪਨਿੰਗ ਐਂਡ ਪੁੱਟ ਫਾਰਵਰਡ ਸੈਵਰਲ ਸੋਲਿਊਸ਼ਨ ਫॉर ਦਿਸ ਇਸ਼ੂ। ਇਸ ਤਰੀਕੇ ਨਾਲ ਆਪਾਂ 3 ਸਟੈਪ ਦੇ ਵਿੱਚ ਆਪਣੀ ਇੰਟਰੋ ਜਿਹੜੀ ਪ੍ਰੋਬਲਮ ਸੋਲਿਊਸ਼ਨ ਐਸੇ ਦੀ ਕੰਪਲੀਟ ਕਰਨੀ ਹੈ। ਬੈਕਗਰਾਊਂਡ ਸੈਂਟੈਂਸ ਦੇਣਾ, ਫਿਰ ਇੱਕ ਟੌਪਿਕ ਸੈਂਟੈਂਸ ਦੇਣਾ ਅਤੇ ਇੱਕ ਡਾਇਰੈਕਸ਼ਨ ਸੈਂਟੈਂਸ ਦੇਣਾ। ਅਤੇ ਜਿਸ ਤਰੀਕੇ ਨਾਲ ਇੱਕ ਵਧੀਆ ਇੰਟਰੋ ਬਣੇਗੀ, ਫੋਰ ਐਗਜ਼ਾਮਪਲ ਇੰਟਰੋ ਇੱਥੇ ਹੋਵੇਗੀ ਸਟੱਡੀ ਇਨ ਅਬਰੋਡ ਇਜ਼ ਬਿਕਮਿੰਗ ਇਨਕਰੀਜ਼ਿੰਗਲੀ ਪਾਪੂਲਰ ਈਚ ਈਅਰ ਏ ਨੰਬਰ ਆਫ ਸਟੂਡੈਂਟ ਹੋਪ ਟੂ ਸਟੱਡੀ ਇਨ ਅਨਦਰ ਨੇਸ਼ਨਸ ਦੈਨ ਦੇਅਰ ਓਨ ਕੰਟਰੀ ਬਿਕੋਜ਼ ਟੂ ਸੈਟਲ ਇਨ ਡਿਵੈਲਪਡ ਕੰਟਰੀਜ਼ ਐਂਡ ਗੈਟ ਐਜੂਕੇਸ਼ਨ ਫਰੋਮ ਟੌਪ ਰੈਂਕਿੰਗ ਯੂਨੀਵਰਸਿਟੀਜ਼। ਦਿਸ ਐਸੇ ਵਿਲ ਆਰਗੂ ਵਾਈ ਦਿਸ ਇਜ਼ ਹੈਪਨਿੰਗ ਐਂਡ ਪੁੱਟ ਫਾਰਵਰਡ ਸੈਵਰਲ ਸੋਲਿਊਸ਼ਨ ਫॉर ਦਿਸ ਇਸ਼ੂ। ਇਸ ਤਰੀਕੇ ਨਾਲ ਇਸ ਸਟਰਕਚਰ ਨੂੰ ਫੋਲੋ ਕਰਕੇ ਆਪਾਂ ਵਧੀਆ ਬੈਂਡ ਸਕੋਰ ਲੈ ਸਕਦੇ ਹਾਂ ਆਪਣੀ ਇੰਟਰੋ ਨੂੰ ਐਲੈਬੋਰੇਟ ਐਂਡ ਰੈਲੇਵੈਂਟ ਬਣਾ ਕੇ। ਨੈਕਸਟ ਆਉਂਦਾ ਡਬਲ ਕੁਐਸਚਨ ਐਸੇ। ਜਲਦੀ ਅੰਡਰਸਟੈਂਡ ਕਰਨ ਲਈ ਆਪਾਂ ਉਹੀ ਐਗਜ਼ਾਮਪਲ ਨੂੰ ਡਬਲ ਕੁਐਸਚਨ ਐਸੇ ਵਿੱਚ ਕਨਵਰਟ ਕਰਾਂਗੇ।
Many students choose to study in another country for a time during high school or university rather than in their own country. Why students choose to study abroad? Do you think it is more beneficial for them to study in another country? So ਆਪਣੇ ਦੋ ਕੁਐਸਚਨ ਇਹਦੇ ਵਿੱਚ ਤੇ ਇਸ ਐਸੇ ਦੀ ਐਗਜ਼ਾਮਪਲ ਇੰਟਰੋਡਕਸ਼ਨ ਹੋਵੇਗੀ ਸਟੱਡੀ ਇਨ ਅਬਰੋਡ ਬਿਕਮਿੰਗ ਇਨਕਰੀਜ਼ਿੰਗਲੀ ਪਪੂਲਰ each year a number of students opt to study in other nations than their own country because to settle in developed countries and get education from top-ranking university. This essay will explain why students choose to study in other countries and how these nations are beneficial for them. Almost answer the pattern problem solution essay ਵਰਗਾ ਹੀ ਹੁੰਦਾ ਹੈ ਤੇ ਬਸ ਇੱਥੇ ਡਾਇਰੈਕਸ਼ਨ ਸੈਂਟੈਂਸ ਆਪਾਂ ਦੋ ਕੁਐਸਚਨ ਦੇ ਬੇਸ ਤੇ ਚੇਂਜ ਕਰ ਦੇਣਾ ਹੁੰਦਾ ਹੈ। ਸੋ ਬਹੁਤ ਸਿੰਪਲ ਹੈ, ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ। ਨੈਕਸਟ ਆਉਣਾ ਸਾਡਾ ਟੂ ਵਟ ਐਕਸਟੈਂਟ ਐਗਰੀ ਔਰ ਡਿਸਐਗਰੀ ਐਸੇ, ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈ। ਇਹਦੀ ਇੰਟਰੋ ਲਈ ਇੱਕ ਐਗਜ਼ਾਮਪਲ ਲੈਂਦੇ ਹਾਂ। A lot of students choose to study in another country for a time during high school or university rather than their own country. To what extent do you agree or disagree? ਇੱਥੇ ਕੁਐਸਚਨ ਦਾ ਜਿਹੜਾ ਕਨਸੈਪਟ ਉਹ ਥੋੜਾ ਚੇਂਜ ਹੋ ਜਾਂਦਾ। ਇੱਥੇ ਆਪਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਹਾਂ ਇਸ ਸਟੇਟਮੈਂਟ ਨਾਲ ਐਗਰੀ ਕਰ ਰਹੇ ਹੋ ਜਾਂ ਡਿਸਐਗਰੀ। ਫॉर एग्जांपल ਇੰਟਰੋਡਕਸ਼ਨ ਜਿਹੜੀ ਆ ਹੋਊਗੀ ਇੰਟਰਨੈਸ਼ਨਲ ਸਟੂਡੈਂਟਸ ਆਰ ਗਰੋਇੰਗ ਡੇ ਬਾਈ ਡੇ more and more students believe that it is more beneficial to study in another country due to more facilities and variety of courses as compared to their own country. This essay will discuss why study in abroad is far more popular than their own nation. ਇੱਥੇ ਆਪਾਂ ਜਨਰਲ ਵਿਊ ਵੀ ਆਪਣਾ ਦੇਤਾ ਵੀ ਇੰਟਰਨੈਸ਼ਨਲ ਸਟੂਡੈਂਟਸ ਡੇ ਬਾਈ ਡੇ ਗਰੋ ਕਰ ਰਹੇ ਨੇ। ਟੌਪਿਕਸ 9 ਦੇ ਵਿੱਚ ਆਪਣੇ ਦੋ ਜਿਹੜੇ ਐਗਰੀ ਦੇ ਪੁਆਇੰਟ ਵੀ ਦਿੱਤੇ ਵੀ ਫੈਸਿਲਿਟੀ ਕਰਕੇ ਜਾਂਦੇ ਨੇ ਤੇ ਵੈਰਾਈਟੀ ਆਫ ਕੋਰਸ ਕਰਕੇ ਜਾਂਦੇ ਨੇ ਤੇ ਡਾਇਰੈਕਸ਼ਨ ਟੈਂਸ ਦੇ ਵਿੱਚ ਆਪਾਂ ਮੈਂਸ਼ਨ ਕਰਤਾ ਕਿ ਅਸੀਂ ਐਗਰੀ ਦੇ ਵਿੱਚ। ਨੈਕਸਟ ਆਉਂਦਾ ਡਿਸਕਸ ਬੋਥ ਵਿਊ ਐਸੇ। ਇਹਦੇ ਵਿੱਚ ਕੰਟਰਰੀ ਦੋ ਵਿਊ ਹੁੰਦੇ ਨੇ। ਫॉर एग्जांपल some people think studying abroad is more beneficial for children while others believe students also can learn in their own country. Discuss both views and give your opinion. ਇੱਥੇ opinion ਵੀ ਕਈ ਵਾਰ ਪੁੱਛਿਆ ਜਾ ਸਕਦਾ। ਇਸ ਐਸੇ ਦੀ ਐਗਜ਼ਾਮਪਲ ਇੰਟਰੋਡਕਸ਼ਨ ਕੁਝ ਇਸ ਤਰ੍ਹਾਂ ਹੋਏਗੀ। ਜਿਹੜਾ ਆਪਣਾ ਬੈਕਗਰਾਊਂਡ ਸੈਂਟੈਂਸ ਆ ਉਹ ਇੱਕ ਕੰਡੀਸ਼ਨਲ ਸੈਂਟੈਂਸ ਹੋਏਗਾ ਜਿਹੜੇ ਕਿ ਕਾਉਂਟਰਰੀ ਰਿਲੇਸ਼ਨ ਸ਼ੋ ਕਰੇਗਾ ਜਿਹੜੇ ਦੋ ਕੰਡੀਸ਼ਨ ਦਿੱਤੇ ਨੇ। ਹਾਊ ਸਟੱਡੀ ਇਨ ਅਬਰੋਡ ਐਂਡ ਇਨ ਓਨ ਕੰਟਰੀ ਇਫੈਕਟਸ ਦ ਸਟੂਡੈਂਟਸ ਇਜ਼ ਅ ਡਿਬੇਟੇਬਲ ਇਸ਼ੂ। ਤੇ ਟੌਪਿਕ ਸੈਂਟੈਂਸ ਆਉਂਦਾ some people believe that it is more beneficial for students to study in another country due to course choices while others do not because having own country universities and schools. Direction sentence होएगा this essay will discuss both sides of arguments and explain how study in abroad is better choice. ਇੱਥੇ without any use of personal pronouns ਅਸੀਂ ਆਪਣਾ opinion ਦਿੱਤਾ and explain how study in abroad is a better choice. ਇਹ ਆਪਾਂ ਡਾਇਰੈਕਸ਼ਨ ਸੈਂਟੈਂਸ ਦੇ ਵਿੱਚ। ਨੈਕਸਟ ਆਉਂਦਾ ਆਪਣਾ ਐਡਵਾਂਟੇਜ ਐਂਡ ਡਿਸਐਡਵਾਂਟੇਜ ਐਸੇ। ਸੇਮ ਐਗਜ਼ਾਮਪਲ ਨੂੰ ਆਪਾਂ ਐਡਵਾਂਟੇਜ ਐਂਡ ਡਿਸਐਡਵਾਂਟੇਜ ਵਿੱਚ ਲਵਾਂਗੇ। ਇਹਦੀ ਇੰਟਰੋ ਸਭ ਤੋਂ ਈਜ਼ੀ ਹੁੰਦੀ ਆ, ਕਈ ਵਾਰ opinion ਹੋ ਸਕਦਾ। ਇਹਦੀ ਐਗਜ਼ਾਮਪਲ ਇੰਟਰੋਡਕਸ਼ਨ ਕੁਝ ਇਸ ਤਰ੍ਹਾਂ ਹੋਏਗੀ। ਜਨਰਲ ਬੈਕਗਰਾਊਂਡ ਸੈਂਟੈਂਸ ਜਿਹੜਾ ਸਿਮਿਲਰਲੀ ਆਪਣੀ ਪਪੂਲੈਰਿਟੀ ਬੇਸ ਹੋਏਗਾ। ਸਟੱਡਿੰਗ ਅਬਰੋਡ ਇਜ਼ ਬਿਕਮਿੰਗ ਇਨਕਰੀਜ਼ਿੰਗਲੀ ਪਪੂਲਰ ਐਂਡ ਟੌਪਿਕ ਸੈਂਟੈਂਸ ਹੋਏਗਾ ਮੋਰ ਐਂਡ ਮੋਰ ਸਟੂਡੈਂਟ ਚੂਜ਼ ਟੂ ਸਟੱਡੀ ਇਨ ਅਨਦਰ ਕੰਟਰੀ ਰੈਦਰ ਦੈਨ ਇਨ ਦੇਅਰ ਓਨ ਕੰਟਰੀ due to having some benefits but there are some negative impacts are also. Direction sentence होगा this essay will discuss merit and demerits of study in another country rather than in own country and why study in abroad is a better choice for student. ये अपना opinion आगा why study in abroad a better choice for student. अगर opinion पूछा तो इस तरीके ना ਆਪਾਂ without any personal pronoun opinion दे सकते हैं। Next आउंदा advantage outweigh the disadvantage essay. Similar example ਨੂੰ ਅੱਗੇ ਰਨ ਕਰਦੇ ਹਾਂ। A lot of students choose to study in another country for a time during school or university rather than in your country. Does the advantage of studying abroad outweigh the disadvantage? ਇਸ ਦੀ ਐਗਜ਼ਾਮਪਲ ਇੰਟਰੋਡਕਸ਼ਨ ਕੁਝ ਇਸ ਤਰ੍ਹਾਂ ਹੋਏਗੀ। ਜਨਰਲ ਬੈਕਗਰਾਊਂਡ ਸੈਂਟੈਂਸ ਹੋਏਗਾ study in abroad is becoming increasingly popular. Topic sentence ਹੋਏਗਾ while studying in another country does have some negative impacts which are negligible compared to benefits. Direction sentence होएगा this essay will discuss why studying abroad have more advantage as compared to its disadvantage. In this way we can write that. ਇਸ ਸਟਰਕਚਰ ਨੂੰ ਫੋਲੋ ਕਰਕੇ ਅਸੀਂ ਵਧੀਆ ਬੈਂਡ ਸਕੋਰ ਲੈ ਸਕਦੇ ਹਾਂ। ਐਂਡ ਦੱਸਣਾ ਜ਼ਰੂਰ ਹੈ ਕਮੈਂਟ ਸੈਕਸ਼ਨ ਵਿੱਚ ਕੋਈ ਪ੍ਰੋਬਲਮ ਜਾਂ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਨੈਕਸਟ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ।